जो बोले सो निर्भय। भगवान वाल्मीकि महाराज की जय। सदा गुरु ने मान बख्शिया, सदा गुरु ने मान बख्शिया, बख्शिया सब वड्याया। मैं सतगुरु दा सतगुरु मेरा, मैं सतगुरु दा सतगुरु मेरा। आसा उसने निभाया, मैं सतगुरु दा सतगुरु मेरा। सदा गुरु ने मान बख्शिया, सदा गुरु ने मान बख्शिया, बख्शिया सब वड्याया। मैं सतगुरु दा सतगुरु मेरा, मैं सतगुरु दा सतगुरु मेरा। मैं मां सतगुरु वाल्मीकि दी, मैं मां सतगुरु वाल्मीकि दी। सुबह शाम मैं गाई, मन मंदिर विच जोत जगी होई, मन मंदिर विच जोत जगी होई। सब पासे रोशनाई, हर पासे ओदा नूर नजारा, हर पासे ओदा नूर नजारा। बनता जिसने बनाया, मैं सतगुरु दा सतगुरु मेरा, मैं सतगुरु दा सतगुरु मेरा। जैसी संगत वैसी रंगत, जैसी संगत वैसी रंगत। जो गल विचार तुरी, गुरु दरो कर सुख परापत, गुरु दरो कर सुख परापत। असली कर हो परत मुड़े, नाम सिमरन फल मुक्ति मिलया, नाम सिमरन फल मुक्ति मिलया। जीना ने तोड़ नभाया, मैं सतगुरु दा सतगुरु मेरा, मैं सतगुरु दा सतगुरु मेरा। बूंद जिवें सागर नूं मिलदी, बूंद जिवें सागर नूं मिलदी। सही रस्ता अपना के मानव भी मिल सकदा रब नूं, मानव भी मिल सकदा रब नूं। गुरु दा नाम ते आके पूरियां करदा आस मुरादा, पूरियां करदा आस मुरादा। करके दूर बुराया, मैं सतगुरु दा सतगुरु मेरा।
सतगुरु मेरा। सच्चे सतगुरु दे हुंदिया, सच्चे सतगुरु दे हुंदिया, जो चल चरनी आंदा नहीं, लख 84 जूना विचों, लख 84 जूना विचों ओ छुटकारा पाउंदा नहीं। तारी तू भी गुरु दा हो जा, तारी तू भी गुरु दा हो जा। छड़ दे सब चतराइयां, मैं सतगुरु दा सतगुरु मेरा, मैं सतगुरु दा सतगुरु मेरा। सदा गुरु ने माड़ बख्शिया, सदा गुरु ने माड़ बख्शिया, बख्शिया सब वड्याइयां। मैं सतगुरु दा सतगुरु मेरा, मैं सतगुरु दा सतगुरु मेरा। जो बोले सो निर्भय, भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। गुरु प्यारी साध संगत जी, ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਓਮਰ ਕਲਿਆਣ ਜੀ ਅਤੇ ਇਹਨਾਂ ਦਾ ਸਾਥ ਦੇਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਆਪਾਂ ਭਾਈ ਸਾਹਿਬ ਜੀ ਪਾਸੋਂ ਸ਼ਬਦ ਸਰਵਣ ਕੀਤਾ, ਮੈਂ ਸਤਿਗੁਰੂ ਦਾ ਸਤਿਗੁਰੂ ਮੇਰਾ, ਜਿਸ ਵਿੱਚ ਉਹਨਾਂ ਨੇ ਸਤਿਗੁਰੂ ਦੀ ਗੱਲ ਕੀਤੀ। ਸਤਿਗੁਰ ਦੇ ਬਣਨਾ ਕਿਉਂ ਜ਼ਰੂਰੀ ਹੈ, ਇਸ ਗੱਲ ਦਾ ਜ਼ਿਕਰ ਕੀਤਾ। ਮਨੁੱਖੀ ਜਨਮ ਦੀ ਮਹਾਨਤਾ ਦੀ ਗੱਲ ਕੀਤੀ। ਮਾਲਕ ਦੇ ਘਰ ਵਿੱਚ ਪਹੁੰਚਣ ਲਈ ਸਾਰੀਆਂ ਹੀ ਚਤਰਾਈਆਂ ਨੂੰ ਛੱਡ ਕੇ ਉਸ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਲਈ ਦੀ ਗੱਲ ਉਹਨਾਂ ਨੇ ਆਪਣੇ ਸ਼ਬਦ ਵਿੱਚ ਵਰਣਨ ਕੀਤੀ। ਗੁਰਮੁਖ ਪਿਆਰਿਓ, ਇਸ ਬਾਹਰਲੀ ਦੁਨੀਆ ਵਿੱਚ ਆਪਾਂ ਕਿਸੇ ਨੂੰ ਮਿੱਤਰ ਬਣਾਉਣਾ ਹੋਵੇ ਜਾਂ ਫਿਰ ਆਪਾਂ ਆਪਣੇ ਪਰਿਵਾਰਕ ਜੀਵਨ ਵਿੱਚ ਦੇਖ ਲਈਏ, ਮਾਂ-ਬਾਪ ਦੀ ਖੁਸ਼ੀ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਮਾਂ-ਬਾਪ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਨੀ ਪਵੇਗੀ। ਜੀਵਨ ਸਾਥੀ ਦੀ ਆਪਾਂ ਗੱਲ ਕਰ ਲਈਏ, ਜੇਕਰ ਦੋਹਾਂ ਦੇ ਵਿਚਾਰਾਂ ਵਿੱਚ ਸਹਿਮਤੀ ਨਹੀਂ ਹੋਵੇਗੀ ਤਾਂ ਫਿਰ ਇਸ ਦੁਨੀਆਦਾਰੀ ਵਿੱਚ ਵੀ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਆਪਾਂ ਆਖ ਸਕਦੇ ਹਾਂ ਕਿ ਸਤਿਗੁਰੂ ਦੇ ਬਣਨ ਲਈ ਜਾਂ ਫਿਰ ਸਤਿਗੁਰੂ ਨੂੰ ਆਪਣਾ ਬਣਾਉਣ ਲਈ ਉਸ ਦੇ ਗੁਣਾਂ ਨਾਲ ਸਾਂਝ ਪਾਉਣੀ ਪਵੇਗੀ। ਇਸੇ ਕਰਕੇ ਹੀ ਗੁਰਮਤਿ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਨੂੰ ਗੁਣਾਂ ਦੀ ਪ੍ਰਾਪਤੀ ਮੰਨਿਆ ਗਿਆ। ਜਿਸ ਤਰ੍ਹਾਂ ਆਪਾਂ ਆਖ ਸਕਦੇ ਹਾਂ ਕਿ ਪ੍ਰਕਾਸ਼ ਦਾ ਮਿਲ ਜਾਣਾ, ਰੋਸ਼ਨੀ ਦਾ ਮਿਲ ਜਾਣਾ ਹੀ ਸੂਰਜ ਦਾ ਮਿਲ ਜਾਣਾ ਹੈ। ਸੂਰਜ ਦੀ ਰੋਸ਼ਨੀ ਵਿੱਚ ਆਪਾਂ ਪਦਾਰਥਾਂ ਨੂੰ ਦੇਖਦੇ ਹਾਂ। ਬਾਹਰੀ ਰੂਪ ਵਿੱਚ ਸੂਰਜ ਨੂੰ ਆਪਾਂ ਦੇਖ ਸਕਦੇ ਹਾਂ। ਇਸ ਕਰਕੇ ਉਸ ਦੇ ਗੁਣਾਂ ਦਾ ਵਰਣਨ ਕਰ ਸਕਦੇ ਹਾਂ।
ਇੱਥੇ ਸਵਾਲ ਪੈਦਾ ਹੋਵੇਗਾ ਕਿ ਸੂਰਜ ਨੂੰ ਤਾਂ ਆਪਾਂ ਦੇਖ ਸਕਦੇ ਹਾਂ, ਪਰ ਪਰਮਾਤਮਾ ਨੂੰ ਅੱਜ ਤੱਕ ਕਿਸੇ ਨੇ ਵੀ ਇਹਨਾਂ ਬਾਹਰਲੀਆਂ ਅੱਖਾਂ ਨਾਲ ਨਹੀਂ ਦੇਖਿਆ। ਫਿਰ ਉਸ ਦੇ ਗੁਣਾਂ ਦਾ ਵਰਣਨ ਕਿਸ ਤਰ੍ਹਾਂ ਕੀਤਾ ਜਾਵੇ, ਜਦੋਂ ਕਿ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਮੈਂ ਸਤਿਗੁਰ ਦਾ, ਸਤਿਗੁਰ ਮੇਰਾ ਵਰਣਨ ਕਰ ਦਿੱਤਾ। ਇਸ ਚੀਜ਼ ਨੂੰ ਸਮਝਾਉਣ ਲਈ ਮਾਲਕ ਦੇ ਪਿਆਰਿਆਂ ਨੇ ਆਪਣੇ ਆਪਣੇ ਸਮੇਂ ਵਿੱਚ ਆ ਕੇ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਅੰਦਰ ਉਹਨਾਂ ਨੇ ਜ਼ਿਕਰ ਕੀਤਾ। ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਆ ਕੇ ਮੂਲ ਮੰਤਰ ਵਿੱਚ ਜੋ ਕਿ ਉਹਨਾਂ ਦੇ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਦਰਜ ਹੈ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਉਹ ਪਰਮਾਤਮਾ ਹੀ ਇਨਸਾਨ ਦੇ ਜਾਮੇ ਅੰਦਰ ਕਰਤੇ ਦੇ ਰੂਪ ਵਿੱਚ ਆ ਕੇ ਕੰਮ ਕਰਦਾ ਹੈ। ਭਾਵ ਉਹ ਨਿਰਗੁਣ ਹੀ ਇਨਸਾਨ ਦੇ ਜਾਮੇ ਵਿੱਚ ਸਰਗੁਣ ਰੂਪ ਧਾਰ ਕੇ ਸਾਡੇ ਲੈਵਲ ਤੇ ਆਉਂਦਾ ਹੈ, ਤਾਂ ਅਸੀਂ ਉਸ ਨੂੰ ਸਤਿਗੁਰੂ ਆਖਦੇ ਹਾਂ। ਇਸ ਸੱਚਾਈ ਨੂੰ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਵਰਣਨ ਕੀਤਾ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸਤਿਗੁਰੂ ਰਵਿਦਾਸ ਜੀ ਦੱਸਦੇ ਹਨ ਕਿ ਉਹ ਨਿਰਗੁਣ ਹੀ ਸਰਗੁਣ ਰੂਪ ਲੈ ਕੇ ਇਸ ਸੰਸਾਰ ਵਿੱਚ ਆਉਂਦਾ ਹੈ। ਸਤਿਗੁਰੂ ਕਬੀਰ ਸਾਹਿਬ ਜੀ ਸਤਿਗੁਰੂ ਰਵਿਦਾਸ ਜੀ ਦੇ ਗੁਰ ਭਾਈ ਸਨ ਅਤੇ ਸਮਕਾਲੀ ਵੀ ਸਨ। ਆਪਣੀ ਬਾਣੀ ਅੰਦਰ ਸਤਿਗੁਰੂ ਕਬੀਰ ਸਾਹਿਬ ਜੀ ਨੇ ਫਰਮਾਇਆ, ਰਾਮ ਕਬੀਰਾ ਏਕ ਭੈ ਹੈ, ਕੋਏ ਨਾ ਸਕੇ ਪਹਿਚਾਨੀ। ਸਤਿਗੁਰੂ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸਰਗੁਣ ਰੂਪ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਹੀ ਨਿਰਗੁਣ ਰਾਮ ਵਿੱਚ ਸਮਾ ਗਿਆ। ਆਪਣੇ ਇੱਕ ਹੋਰ ਸ਼ਬਦ ਵਿੱਚ ਉਹਨਾਂ ਨੇ ਸੰਤ ਅਤੇ ਰਾਮ ਦੇ ਇੱਕ ਹੋਣ ਦਾ ਦਾਅਵਾ ਕੀਤਾ। ਗੁਰਮੁਖ ਪਿਆਰਿਓ, ਸਤਸੰਗ ਦੀ ਮਹਿਮਾ ਇਸੇ ਵਿੱਚ ਹੈ ਕਿ ਉਸ ਦੇ ਗੁਣ ਗਾਇਨ ਕਰਦਿਆਂ ਕਰਦਿਆਂ ਉਹ ਉਸ ਦਾ ਹੀ ਰੂਪ ਹੋ ਗਏ। ਸਵਾਲ ਪੈਦਾ ਹੁੰਦਾ ਹੈ ਕਿ ਉਸ ਦੀ ਨਿਸ਼ਾਨੀ ਕੀ ਹੋਵੇਗੀ। ਮੈਂ ਬੇਨਤੀ ਕਰਾਂ, ਪਹਿਲੀ ਗੱਲ ਤਾਂ ਇਹ ਹੈ ਕਿ ਉਸ ਦੇ ਬੋਲਾਂ ਵਿੱਚ ਸੱਚ ਹੋਵੇਗਾ। ਗੁਰੂ ਘਰ ਨੇ ਵੀ ਆਪਣੀ ਬਾਣੀ ਅੰਦਰ ਰਾਮ ਕਲੀ ਰਾਗ ਦੇ ਅੰਦਰ ਵਰਣਨ ਕੀਤਾ, ਜੋ ਕਿ ਪੰਜਵੇਂ ਪਾਤਸ਼ਾਹ ਜੀ ਦਾ ਮੁੱਖ ਵਾਕ ਹੈ। ਸੰਤਨ ਕੀ ਸੁਨ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਜੋ ਕੁਝ ਵੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਬਾਣੀ ਰਾਹੀਂ ਉਸ ਦਾ ਵਰਣਨ ਕਰ ਰਿਹਾ ਹਾਂ। ਇਸ ਕਰਕੇ ਸਤਿਗੁਰੂ ਦੇ ਬਣਨ ਦੇ ਲਈ ਸਤਿਗੁਰੂ ਦੇ ਜੋ ਗੁਣ ਹਨ ਉਹਨਾਂ ਨੂੰ ਧਾਰਨ ਕਰਨਾ ਪਵੇਗਾ। ਮੈਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਸ਼ਬਦ ਯਾਦ ਆ ਗਏ, ਜੋ ਕਿ ਗੁਣਾਂ ਨੂੰ ਧਾਰਨ ਕਰਨ ਉੱਪਰ ਆਧਾਰਿਤ ਆਖੇ ਜਾ ਸਕਦੇ ਹਨ।
सतगुरु कबीर साहिब जी ने अपनी बाणी अंदर जिक्र किया, कबीर सब ते हम बुरे, हम तज भलो सब कोए, जिन ऐसा कर बूझया मीत हमारा सोए। सतगुरु कबीर साहिब जी दसदे हन कि मैं सारिਆਂ तो ही बुरा हूं। सतगुरु रविदास जी अपनी बाणी अंदर गुणां दी गल करदे होए वर्णन करते हैं कि मैं एरंड दे पौधे दी न्याई सी, उसदी संगत करके चंदन ही बन गया। गुरमुख प्यारिओ, परमात्मा दे गुण गाउंदियां गाउंदियां मनुख दी इस तरह की अवस्था बन जाती है कि वो अपने आप नूं बहुत नेड़ियों होके देखेगा, तां जो इसनूं अपनियां कमजोरियां दा पता लग सके। अपनी कमजोरियां नूं वेखना ही संत मत दा सार आख्या जा सकदा। भाई साहिब जी जिस तरह भाई उमर कल्याण जी ने अपने शब्द विच जिक्र किया कि मैं उस सतगुर दा हां अते वो सतगुर मेरा है, भाव उस मालक दे गुणां नाल सांझ पाउण दी गल। ये जो लखां दी गिणती विच संगत अपनी वार्तालाप नूं सुन रही है, आप संगत नूं बाणी दे आशे अनुसार की कहना चाहते हो? गुरमुख प्यारिओ, अज दे इस शब्द दे अंदर आपां कोशिश करांगे इस चीज़ दे प्रति, क्योंकि सारा शब्द जिहड़ा वो इस चीज़ दे दुआले घूम रहा कि जिस तरह भाई साहब जी जिक्र कर गए कि मैं सतगुर का सतगुर मेरा, कि वो सतगुर जिहड़ा जिन्ना चिर ये इंसान उसका नहीं बनेगा ते फिर ये उसके नाल मिलाप जिहड़ा वो नहीं कर सकेगा। दूसरे लफ्ज़ां विच आपां ये गल आख लईए कि जिहड़े गुण उस मालक दे हन, उसनूं रब कह लो, गॉड कह लो, खुदा कह लो, अल्लाह कह लो, राम कह लो, रहीम कह लो, जां किसी होर लफ्ज़ दे नाल आपां उसनूं याद कर सकदे कि जिहड़े उसके अंदर गुण आना ਉਹੀ गुण ਜਿਹੜੇ जिस ਨੂੰ सतगुरु ਕਹਿੰਦੇ ਉਸ ਦੇ ਅੰਦਰ ਜਿਹੜੇ ਉਹ ਹੋਣਗੇ। ਤੇ ਜੇਕਰ ਫਿਰ ਆਪਾਂ ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕੀਤਾ ਤੇ ਫਿਰ ਆਪਾਂ ਉਸ ਦੇ ਵਿੱਚ ਜਿਹੜਾ ਉਹ ਨਹੀਂ ਸਮਾ ਸਕਾਂਗੇ, ਭਾਵ ਉਸ ਦਾ ਹਿੱਸਾ ਜਿਹੜਾ ਉਹ ਨਹੀਂ ਬਣ ਸਕਾਂਗੇ। ਭੈਣ ਜੀ ਨੇ ਆਪਣੀ ਵਾਰਤਾਲਾਪ ਦੇ ਅੰਦਰ ਇੱਕ ਬਾਹਰਲੀ ਉਦਾਹਰਨ ਦੇ ਕੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਆ ਸਤਿਗੁਰੂ ਦੀ ਗੱਲ, ਰੱਬ ਦੀ ਗੱਲ, ਉਸ ਮਾਲਕ ਦੀ ਗੱਲ ਕਿ ਬਾਹਰਲੀ ਦੁਨੀਆ ਦੇ ਅੰਦਰ ਵੀ ਜੇਕਰ ਆਪਣੇ ਵਿਚਾਰ ਦੂਸਰੇ ਦੇ ਨਾਲ ਨਹੀਂ ਮਿਲਦੇ, ਚਾਹੇ ਉਹ ਆਪਾਂ ਆਪਣੀ ਪਰਿਵਾਰਕ ਜੀਵਨ ਦੀ ਗੱਲ ਕਰ ਲਈਏ, ਸਾਕਾਂ ਸੰਬੰਧੀਆਂ ਦੀ ਗੱਲ ਕਰ ਲਈਏ, ਜਾਂ ਕਿਸੇ ਹੋਰ ਭੈਣ ਭਰਾ ਦੀ ਆਪਾਂ ਗੱਲ ਕਰ ਲਈਏ, ਬਾਹਰਲੀ ਦੁਨੀਆ ਦੇ ਵਿੱਚ ਵੀ ਜੇਕਰ ਕਦੇ ਆਪਣੇ ਵਿਚਾਰ ਉਹਦੇ ਨਾਲ ਜ਼ਿਆਦਾ ਨਾ ਮਿਲਦੇ ਹੋਣ ਨਾ, ਤੇ ਫਿਰ ਆਪਾਂ ਕਦੇ ਸਾਲ ਸਮਾਈ ਪਿੱਛੋਂ ਜ਼ਰੂਰ ਫੋਨ ਕਰਦੇ ਹਾਂ, ਤੇ ਵੈਸੇ ਉਹਨੂੰ ਆਪਾਂ ਕਦੇ ਜ਼ਿਆਦਾ ਨੇੜਿਓਂ ਹੋ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਇਸ ਕਰਕੇ ਨਹੀਂ ਕਰਦੇ ਕਿ ਉਸ ਦੇ ਵਿਚਾਰ ਸਾਡੇ ਵਿਚਾਰਾਂ ਦੇ ਨਾਲ ਜਿਹੜੇ ਉਹ ਨਹੀਂ ਮਿਲਦੇ। ਇਹ ਆ ਬਾਹਰਲੀ ਦੁਨੀਆ ਦੀ ਗੱਲ। ਹੁਣ ਆਪਾਂ ਸਤਿਗੁਰ ਦੀ ਗੱਲ ਕਰ ਰਹੇ, ਕਿਉਂਕਿ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਦੇ ਅੰਦਰ ਇਸ ਚੀਜ਼ ਦੇ ਪ੍ਰਤੀ ਜ਼ਿਕਰ ਕਰ ਦਿੱਤਾ ਕਿ ਉਹ ਸਤਿਗੁਰ ਦੇ ਬਣਨ ਦੀ ਗੱਲ ਕਰਦੇ, ਸਤਿਗੁਰੂ ਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਕਰਦੇ ਕਿ ਸਤਿਗੁਰੂ ਜਿਹੜਾ ਉਹ ਕਿਸ ਨੂੰ ਆਖਦੇ। ਬਾਣੀ ਦੇ ਆਸ਼ੇ ਅਨੁਸਾਰ ਆਪਾਂ ਕਹਿ ਲਈਏ, ਬਾਣੀ ਦੀ ਸਿੱਖਿਆ ਦੇ ਅਨੁਸਾਰ ਆਪਾਂ ਕਹਿ ਲਈਏ ਕਿ ਉਹ ਸਤਿਪੁਰਖ ਹੀ, ਭਾਵ ਉਹ ਕੁੱਲ ਮਾਲਕ ਅਕਾਲ ਪੁਰਖ ਹੀ ਇਸ ਦੁਨੀਆ ਦੇ ਅੰਦਰ ਇਨਸਾਨ ਦਾ ਜਾਮਾ ਲੈ ਕੇ ਉਹ ਆਵੇਗਾ
ਅਤੇ ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਦੇ ਅੰਦਰ ਉਸ ਨੂੰ ਕਰਤਾ ਕਹਿ ਕੇ ਵਰਣਨ ਕੀਤਾ। ਭਾਵ ਜਿਹੜੇ ਮਾਲਕ ਦੇ ਗੁਣ ਆ ਨਾ ਉਹ ਉਸ ਕਰਤੇ ਦੇ ਵਿੱਚ ਹੋਣਗੇ। ਉਸ ਦੀ ਸ਼ਖਸੀਅਤ ਆਪਾਂ ਕਹਿ ਲਈਏ, ਉਸ ਦੀ ਇਹੋ ਜਿਹੀ ਪਰਸਨੈਲਿਟੀ ਆਪਾਂ ਕਹਿ ਲਈਏ ਕਿ ਉਸ ਦੇ ਅੰਦਰ ਉਹ ਗੁਣ ਹੋਣਗੇ। ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਇਸ ਚੀਜ਼ ਦਾ ਹਵਾਲਾ ਦਿੱਤਾ ਜੀ, ਕਹਿੰਦੇ ਸਤ ਪੁਰਖ ਜਿਨ ਜਾਣਿਆ। ਜਿਨ ਜਾਣਿਆ ਲਫ਼ਜ਼ ਵਰਤਿਆ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਇਹ ਜਿਹੜੀ ਬਾਣੀ ਆ ਨਾ ਕਿਸੇ ਇੱਕ ਕੌਮ ਦੀ ਜਾਇਦਾਦ ਨਹੀਂ, ਇੱਕ ਮਜ਼ਹਬ ਦੀ ਜਾਇਦਾਦ ਆਪਾਂ ਨਹੀਂ ਆਖ ਸਕਦੇ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਜਾਂ ਗੁਰੂ ਘਰ ਦੀ ਬਾਣੀ ਆ ਤੇ ਉਹ ਕਿਸੇ ਖਾਸ ਫਿਰਕੇ ਨੇ ਆਪਣੇ ਨਾਂ ਦੇ ਨਾਲ ਜਿਹੜੀ ਉਸ ਨੂੰ ਰਜਿਸਟਰ ਕਰ ਦਿੱਤਾ, ਜਾਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਆ, ਚਾਹੇ ਭਗਵਾਨ ਵਾਲਮੀਕ ਜੀ ਦੀ ਬਾਣੀ ਆ, ਤੇ ਇੱਕ ਖਾਸ ਫਿਰਕਾ ਜਿਹੜਾ ਉਹਨਾਂ ਨੇ ਉਸ ਬਾਣੀ ਤੇ ਕਬਜ਼ਾ ਕਰਨਾ, ਕਹਿ ਲਓ ਉਸ ਬਾਣੀ ਤੇ ਆਪਣਾ ਅਧਿਕਾਰ ਜਮਾਉਣ ਦੀ ਗੱਲ ਜਿਹੜੀ ਉਹ ਵਰਣਨ ਕੀਤੀ ਹੋਈ ਮਿਲਦੀ। ਲੇਕਿਨ ਬਾਣੀ ਜਿਹੜੀ ਆਪਾਂ ਨੂੰ ਸੋਝੀ ਦੇਵੇਗੀ, ਆ ਗੁਰੂ ਘਰ ਦੀ ਬਾਣੀ ਕੀ ਫਰਮਾਇਆ, ਕਹਿੰਦੇ ਸਤ ਪੁਰਖ ਜਿਨ ਜਾਣਿਆ। ਜਿਨ ਲਫ਼ਜ਼ ਵਰਤਿਆ, ਸਿੱਖ ਹੋ ਸਕਦਾ, ਹਿੰਦੂ ਹੋ ਸਕਦਾ, ਮੁਸਲਮਾਨ ਹੋ ਸਕਦਾ, ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ। ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਸਾਹਿਬਾਨ ਕਹਿੰਦੇ ਅਸੀਂ ਉਸ ਨੂੰ ਸਤਿਗੁਰੂ ਕਹਿੰਦੇ ਜਿਸ ਨੇ ਉਸ ਸਤਿਪੁਰਖ ਜਿਹੜਾ ਉਸ ਨੂੰ ਜਾਣ ਲਿਆ। ਕਹਿੰਦੇ ਤਿਸ ਕੇ ਸੰਗ ਸਿੱਖ ਉਧਰੇ। ਉਧਰੇ ਤੋਂ ਭਾਵ ਉਧਾਰ ਹੋਵੇਗਾ, ਭਾਵ ਉਸ ਮਾਲਕ ਦੇ ਨਾਲ ਮਿਲੇਗਾ। ਜੇਕਰ ਦੇਹ ਸਰੂਪ ਦੇ ਵਿੱਚ ਸੰਤ ਸਤਿਗੁਰੂ ਨੂੰ ਇਸ ਨੇ ਨਹੀਂ ਜਾਣਿਆ, ਉਸ ਦੇ ਨਾਲ ਆਪਣਾ ਸੰਬੰਧ ਪੈਦਾ ਨਹੀਂ ਕੀਤਾ, ਤੇ ਗੁਰੂ ਸਾਹਿਬਾਨ ਕਹਿੰਦੇ ਉਸ ਦਾ ਆਧਾਰ ਨਹੀਂ ਹੋ ਸਕਦਾ। ਤਿਸ ਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ। ਕਹਿੰਦੇ ਉਸ ਦੇ ਗੁਣ ਗਾਉਣ ਦੀ ਗੱਲ ਜਿਹੜੀ ਉਹ ਕੀਤੀ। ਆਪਾਂ ਗੁਰਬਾਣੀ ਦੇ ਵਿੱਚੋਂ ਕੁਝ ਹੋਰ ਪ੍ਰਮਾਣ ਜਿਹੜੇ ਉਹ ਆਪਾਂ ਲਵਾਂਗੇ ਕਿ ਕੀ ਕਿਸੇ ਹੋਰ ਮਹਾਤਮਾ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਕੀਤਾ। ਕਈ ਵਾਰੀ ਆਪਾਂ ਵੀ ਇਹੋ ਜਿਹੀ ਵਿਚਾਰ ਦੇ ਅੰਦਰ ਪੈ ਜਾਂਦੇ, ਜਾਂ ਆਪਾਂ ਇਹੋ ਜਿਹੇ ਜਿਹੜੇ ਇਨਸਾਨ ਆ ਜੀ ਆਪਣਾ ਵਾਹ ਉਹਨਾਂ ਦੇ ਨਾਲ ਪੈ ਜਾਂਦਾ, ਜਿਹੜੇ ਕਹਿੰਦੇ ਜੀ ਕਿ ਗੁਰੂ ਦੀ ਲੋੜ ਨਹੀਂ, ਆ ਬਾਣੀ ਜਿਹੜੀ ਉਹ ਪ੍ਰਮਾਣ ਦੇਵੇਗੀ। ਇਸ ਚੀਜ਼ ਦੇ ਪ੍ਰਤੀ ਕੀ ਫਰਮਾਇਆ, ਸਤਿਗੁਰੂ ਰਵਿਦਾਸ ਜੀ ਦਾ ਜ਼ਿਕਰ ਰੈਫਰੈਂਸ ਭੈਣ ਜੀ ਦੇ ਗਏ, ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿੰਦੇ ਕੋਈ ਅੰਤਰ ਨਹੀਂ, ਭਾਵ ਜੋ ਉਹ ਕੁੱਲ ਮਾਲਕ ਅਕਾਲ ਪੁਰਖ ਹੈ ਨਾ, ਜਿਸ ਨੂੰ ਆਪਾਂ ਆਪਣੀਆਂ ਬਾਹਰਲੀਆਂ ਅੱਖਾਂ ਨਾਲ ਨਹੀਂ ਵੇਖਿਆ, ਸਤਿਗੁਰੂ ਰਵਿਦਾਸ ਜੀ ਦੇ ਦੱਸਣ ਅਨੁਸਾਰ ਕਹਿੰਦੇ ਮੈਂ ਹੀ ਉਹ ਮਾਲਕ ਹਾਂ। ਕੋਈ ਕਵੇਗਾ ਨਹੀਂ, ਲੇਕਿਨ ਕੌਣ ਕਵੇਗਾ, ਉਹ ਕਵੇਗਾ ਜਿਸ ਨੇ ਉਸ ਦਾ ਰੂਪ ਜਿਹੜਾ ਉਹ ਅਖਤਿਆਰ ਕੀਤਾ, ਜਿਸ ਨੇ ਅੰਦਰ ਉਹਨਾਂ ਗੁਣਾਂ ਨੂੰ ਪ੍ਰਗਟ ਕੀਤਾ ਕਿ ਜਿਹੜੇ ਰੱਬ ਦੇ ਗੁਣ ਆ ਨਾ। ਜਿਸ ਤਰ੍ਹਾਂ ਨਿਰਗੁਣ ਤੇ ਸਰਗੁਣ ਦੀ ਗੱਲ ਜਿਹੜੀ ਉਹ ਭੈਣ ਜੀ ਕਰ ਗਏ ਕਿ ਬਈ ਉਹ ਸਰਗੁਣ ਹੀ ਉਦੋਂ ਬਣਦਾ, ਕਹਿੰਦੇ ਉਹ ਨਿਰਗੁਣ ਜਿਹੜਾ ਨਾ ਜਿਸ ਨੂੰ ਆਪਾਂ ਦੇਖ ਨਹੀਂ ਸਕਦੇ, ਕਹਿੰਦੇ ਉਹ ਨਿਰਗੁਣ ਹੀ ਜਦੋਂ ਸਰਗੁਣ ਬਣਦਾ, ਇਨਸਾਨ ਦੇ ਜਾਮੇ ਦੇ ਵਿੱਚ ਆਉਂਦਾ, ਇਸ ਦੁਨੀਆ ਵਿੱਚ ਸਾਡੇ ਲੈਵਲ ਤੇ ਆ ਕੇ ਸਾਡੇ ਨਾਲ ਗੱਲ ਕਰਦਾ ਨਾ, ਤੇ ਫਿਰ ਉਸ ਨੂੰ ਆਪਾਂ ਸਤਿਗੁਰੂ ਆਖਦੇ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ, ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ। ਕਨਕ ਕਟਕ ਕਹਿੰਦੇ, ਕਨਕ ਕਹਿੰਦੇ ਜਿਸ ਤਰ੍ਹਾਂ ਆਪਾਂ ਸੋਨਾ ਦੀ ਗੱਲ ਕਰ ਲਈਏ, ਕਟਕ ਉਸ ਤੋਂ ਜਿਹੜੇ ਕਹਿੰਦੇ ਜੀ ਗਹਿਣੇ ਬਣਾਉਣ ਦੀ ਗੱਲ। ਆ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਜਿਹੜੀ ਤ੍ਰੇਤਾ ਯੁੱਗ ਦੇ ਵਿੱਚ ਲਿਖੀ ਆ ਨਾ, ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਇਸ ਸੋਨੇ ਅਤੇ ਸੋਨੇ ਦੇ ਗਹਿਣਿਆਂ ਦੇ ਵਿੱਚ ਕੋਈ ਮੇਰਾ ਖਿਆਲ ਕਾਫੀ ਵਾਰੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਵੀ ਸੋਨੇ ਦੇ ਵਿੱਚ ਅਤੇ ਸੋਨੇ ਦੇ ਬਣੇ ਹੋਏ ਗਹਿਣੇ ਜਿਹੜੇ ਆ ਨਾ, ਉਹਨਾਂ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਸਤਿਗੁਰੂ ਰਵਿਦਾਸ ਜੀ ਨੇ ਉਸੇ ਚੀਜ਼ ਨੂੰ ਸਾਡੇ ਸਾਹਮਣੇ ਰੱਖਿਆ, ਉਸ ਸੱਚਾਈ ਨੂੰ ਸਾਡੇ ਸਾਹਮਣੇ ਰੱਖਿਆ ਜਿਹੜੀ ਸੱਚਾਈ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਵਰਣਨ ਕੀਤੀ। ਮੈਂ ਫਿਰ ਬੇਨਤੀ ਕਰਾਂ
कि बई वो सच्चाई सतयुग ਵਿੱਚ भी सी, त्रेता युग ਜਦੋਂ भगवान वाल्मीकि जी ਇੱਥੇ आए उदों भी सी, द्वापर ਵਿੱਚ भी सी, ਤੇ ਆ ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਆ ਨਾ ਇਹਨਾਂ ਨੇ ਕਲਯੁਗ ਦੇ ਵਿੱਚ ਆ ਕੇ ਲਿਖੀ ਤੇ ਉਹਨਾਂ ਨੇ ਵੀ ਉਸੇ ਸਚਾਈ ਦਾ ਜਿਹੜਾ ਉਹ ਜ਼ਿਕਰ ਕੀਤਾ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਫਰਮਾਇਆ, ਕਨਕ ਕਟਕ ਜਲ ਤਰੰਗ ਜੈਸਾ, ਜਲ ਤਰੰਗ ਜੈਸਾ। ਤਰੰਗ ਕਹਿੰਦੇ ਲਹਿਰ ਨੂੰ, ਜਲ ਆਪਾਂ ਨੂੰ ਪਤਾ ਕਿ ਪਾਣੀ, ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਇੱਕ ਲਹਿਰ ਆ ਨਾ, ਤੇ ਉਸ ਲਹਿਰ ਨੂੰ ਉਸ ਸਮੁੰਦਰ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਭਾਵ ਉਹ ਲਹਿਰ ਜਿਹੜੀ ਆ ਉਹ ਉਸ ਸਮੁੰਦਰ ਦਾ ਜਿਹੜਾ ਉਹ ਰੂਪ ਹੋਵੇਗੀ। ਇਸੇ ਤਰ੍ਹਾਂ ਜਿਹੜੇ ਸੰਤ ਸਤਿਗੁਰੂ ਜਿਸ ਦੇ ਪ੍ਰਤੀ ਭਾਈ ਸਾਹਿਬ ਨੇ ਆਪਣੇ ਸ਼ਬਦ ਦੇ ਵਿੱਚ ਜ਼ਿਕਰ ਕੀਤਾ, ਸਤਿਗੁਰ ਦੀ ਗੱਲ ਕੀਤੀ, ਆਪਾਂ ਉਸ ਚੀਜ਼ ਦੇ ਉੱਪਰ ਵਿਚਾਰ ਕਰ ਰਹੇ ਹਾਂ ਕਿ ਵੀ ਉਹ ਸਾਡੇ ਵਰਗਾ ਸਾਡੇ ਲੈਵਲ ਤੇ ਦੇਹ ਸਰੂਪ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਵੇਗਾ। ਆਪਾਂ ਕੋਈ ਦੋ ਪ੍ਰਮਾਣ ਜਿਹੜੇ ਬਾਣੀ ਦੇ ਵਿੱਚੋਂ ਹੋਰ ਲਵਾਂਗੇ। ਗੁਰੂ ਘਰ ਨੇ ਇੱਕ ਜਗ੍ਹਾ ਤੇ ਹੋਰ ਫਰਮਾਇਆ, ਕਹਿੰਦੇ ਸਾਧ ਰੂਪ ਆਪਣਾ ਤਨ ਧਾਰਿਓ। ਕਹਿੰਦੇ ਉਹ ਸਾਧੂ ਹੋ ਜਿਹੜਾ ਲਫ਼ਜ਼ ਹੈ ਨਾ, ਇਸ ਨੂੰ ਕਿਸੇ ਧਾਰਮਿਕ ਗ੍ਰੰਥ ਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਸਾਧ ਰੂਪ ਆਪਣਾ ਤਨ ਤੋਂ ਭਾਵ ਸਰੀਰ, ਕਹਿੰਦੇ ਉਸਨੇ ਸਰੀਰ ਧਾਰਿਆ ਤੇ ਉਹ ਸਾਧੂ ਬਣ ਕੇ, ਭਾਵ ਉਸਨੇ ਸਾਧਨਾ ਕੀਤੀ, ਉਸ ਚੀਜ਼ ਦੇ ਪ੍ਰਤੀ ਜਾਣਿਆ ਤੇ ਫਿਰ ਕਹਿੰਦੇ ਇਸ ਦੁਨੀਆ ਦੇ ਉੱਪਰ ਆਇਆ। ਮੁਸਲਮਾਨਾਂ ਦੇ ਅੰਦਰ ਬੁੱਲੇ ਸ਼ਾਹ ਮਹਾਤਮਾ ਹੋਏ, ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਮੌਲਾ ਆਦਮੀ ਬਣ ਆਇਆ। ਕਹਿੰਦੇ ਉਹ ਭਰਾਵੋ, ਉਹ ਮੌਲਾ ਹੀ, ਉਹ ਅੱਲਾ ਹੀ, ਕਹਿੰਦੇ ਆਦਮੀ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਇਆ। ਤੇ ਬਾਈਬਲ ਨੂੰ ਮੰਨਣ ਵਾਲੇ ਭਰਾ ਇਸ ਚੀਜ਼ ਦੀ ਗੱਲ ਕਰ ਰਹੇ ਹੈ, ਕਹਿੰਦੇ ਮੈਂ ਅਤੇ ਮੇਰਾ ਬਾਪ ਇੱਕ। ਸਤਿਗੁਰੂ ਰਵਿਦਾਸ ਜੀ ਨੇ ਫਰਮਾਇਆ ਆਪਣੀ ਬਾਣੀ ਦੇ ਅੰਦਰ, ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਆਪਣੀ ਬਾਣੀ ਦੇ ਵਿੱਚ ਫਰਮਾਇਆ, ਤੇ ਅੱਜ ਬਾਈਬਲ ਨੂੰ ਮੰਨਣ ਵਾਲੇ ਇਸ ਚੀਜ਼ ਦਾ ਦਾਅਵਾ ਕਰਦੇ, ਕਹਿੰਦੇ ਉਸ ਦੇ ਅੰਦਰ ਇਹ ਚੀਜ਼ ਲਿਖੀ, ਮੈਂ ਅਤੇ ਮੇਰਾ ਬਾਪ ਇੱਕ ਹਾਂ। ਜਿਸ ਨੇ ਮੈਨੂੰ ਵੇਖਿਆ ਉਸਨੇ ਮੇਰੇ ਬਾਪ ਜਿਹੜਾ ਨਹੀਂ ਦੇਖਿਆ। ਇਸ ਕਰਕੇ ਮਹਾਤਮਾ ਦੇ ਦੱਸਣ ਦੇ ਅਨੁਸਾਰ ਜਿਹੜਾ ਆਪਾਂ ਇਸ ਚੀਜ਼ ਦੇ ਉੱਪਰ ਵਿਚਾਰ ਕਰ ਰਹੇ ਕਿ ਉਹ ਨਿਰਗੁਣ ਹੀ ਸਰਗਣ ਰੂਪ ਧਾਰ ਕੇ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਵੇਗਾ। ਹੁਣ ਸਵਾਲ ਇਸ ਚੀਜ਼ ਦਾ ਪੈਦਾ ਹੁੰਦਾ, ਜਿਸ ਤਰ੍ਹਾਂ ਭਾਈ ਸਾਹਿਬ ਜ਼ਿਕਰ ਕਰ ਗਏ, ਉਸ ਦੇ ਬਣਨ ਦੇ ਲਈ ਉਸ ਦੇ ਗੁਣਾਂ ਨੂੰ ਜਿਹੜਾ ਫਿਰ ਧਾਰਨ ਕਰਨਾ ਪਵੇਗਾ। ਜਿਸ ਤਰ੍ਹਾਂ ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇਖੀਏ ਜੀ, ਕਿ ਜਿਸ ਤਰ੍ਹਾਂ ਪਾਣੀ ਜਿਹੜਾ ਨਾ, ਇਸ ਨੂੰ ਆਪਾਂ ਉੱਪਰ ਸੁੱਟੀਏ ਤੇ ਗ੍ਰੈਵਿਟੀ ਜਿਸ ਨੂੰ ਆਪਾਂ ਕਹਿ ਦਿੰਦੇ ਆ ਨਾ, ਉਹ ਇਸ ਨੂੰ ਥੱਲੇ ਖਿੱਚ ਕੇ ਲੈ ਕੇ ਆਵੇਗੀ। ਕੋਈ ਵੀ ਚੀਜ਼ ਉੱਪਰ ਛਾਲੀਏ ਤੇ ਜ਼ਮੀਨ ਦੀ ਜਿਹੜੀ ਗ੍ਰੈਵਿਟੀ ਆ ਉਹ ਉਸ ਨੂੰ ਜਿਹੜਾ ਉਹ ਥੱਲੇ ਖਿੱਚੇਗੀ। ਤੇ ਫਿਰ ਸਾਇੰਸਦਾਨ ਕੀ ਕਰਦੇ, ਜਾਂ ਕਹਿ ਲਓ ਕਿ ਉਹਨਾਂ ਲੋਕਾਂ ਨੇ ਕੀ ਇੱਕ ਸਿਧਾਂਤ ਬਣਾਇਆ ਕਿ ਪਾਣੀ ਨੂੰ ਉੱਪਰ ਭੇਜਣ ਦੇ ਲਈ, ਤੇ ਜਿਹੜਾ ਪਾਣੀ ਆ ਨਾ, ਇਸ ਨੂੰ 100 ਡਿਗਰੀ ਸੀ ਦੇ ਉੱਪਰ ਆਪਾਂ ਸੈਂਟੀਗ੍ਰੇਡ ਦੇ ਵਿੱਚ ਗਰਮ ਕਰ ਦਈਏ, ਇਹ ਭਾਪ ਬਣ ਜਾਏਗਾ, ਤੇ ਭਾਪ ਜਿਹੜੀ ਫਿਰ ਉਸ ਮਾਲਕ ਦੇ ਵਿੱਚ ਜਾ ਕੇ, ਬੱਦਲਾਂ ਦੇ ਵਿੱਚ ਜਾ ਕੇ ਭਾਪ ਸਮਾ ਜਾਏਗੀ। ਇਸੇ ਤਰੀਕੇ ਦੇ ਨਾਲ ਉਸ ਨੂੰ ਜਾਣਨ ਦੇ ਲਈ ਕਹਿ ਲਈਏ, ਉਸ ਜਾਣਨ ਦੇ ਲਈ ਇੱਕ ਇਹ ਸਿਧਾਂਤ ਬਣੇਗਾ ਕਿ ਉਸ ਦੇ ਵਿੱਚ ਜਿਹੜੇ ਗੁਣ ਆ ਨਾ, ਕਿਉਂਕਿ ਪਾਣੀ ਦੇ ਗੁਣ ਜਿਹੜੇ ਆ ਉਸ ਨੂੰ ਤਬਦੀਲ ਕਰ ਦਿੱਤਾ, ਭਾਪ ਦੇ ਰੂਪ ਦੇ ਵਿੱਚ ਬਣਾ ਦਿੱਤਾ, ਤੇ ਭਾਪ ਜਿਹੜੀ ਆ ਉਹ ਫਿਰ ਬੱਦਲਾਂ ਦੇ ਵਿੱਚ ਜਾ ਕੇ ਸਮਾ ਜਾਵੇਗੀ। ਇਸ ਕਰਕੇ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਸਤਿਗੁਰੂ ਦੀ ਗੱਲ ਕੀਤੀ, ਉਸ ਦੇ ਵਿੱਚ ਜਿਹੜਾ ਉਹ ਮਿਲਣ ਦੀ ਗੱਲ ਕੀਤੀ। ਹੁਣ ਸਵਾਲ ਇਸ ਚੀਜ਼ ਦਾ ਕਿ ਵੀ ਫਿਰ ਕੀ ਇਸ ਤੋਂ ਬਗੈਰ ਕੋਈ ਹੋਰ ਸਾਧਨ ਕਹਿ ਲਈਏ, ਢੰਗ ਕਹਿ ਲਈਏ, ਤਰੀਕਾ ਕਹਿ ਲਈਏ, ਹੈ ਨਹੀਂ ਕਿ ਜ਼ਰੂਰੀ ਚੀਜ਼ ਆ ਕਿ ਵੀ ਕਿਸੇ ਸੰਤ ਸਤਿਗੁਰੂ ਨੂੰ ਧਾਰਨ ਕਰੀਏ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਉਹ ਹੀ ਧਰੇ, ਕੌਣ ਧਰੇ, ਉਹ ਲਫ਼ਜ਼ ਵਰਤਿਆ। ਇਹ ਨਹੀਂ ਕਿਹਾ ਉਹਨਾਂ ਨੇ ਕਿ ਵੀ ਸਿਰਫ ਵਾਲਮੀਕੀ ਧਰੇ, ਨਹੀਂ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਵੇਖੀਏ, ਕਿਤੇ ਉਹਨਾਂ ਨੇ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਜਿਹੜੀ ਉਹਨਾਂ ਦੀ ਬਾਣੀ ਆ ਨਾ,
ਉਹ ਸਿਰਫ ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਵਾਸਤੇ ਹੀ ਹੈ। ਇਸੇ ਤਰ੍ਹਾਂ ਆਪਾਂ ਸਿੱਖਾਂ ਦੀ ਗੱਲ ਕਰ ਸਕਦੇ। ਮੈਂ ਬੇਨਤੀ ਕਰ ਰਿਹਾ, ਭਗਵਾਨ ਵਾਲਮੀਕੀ ਜੀ ਨੇ ਕੀ ਫਰਮਾਇਆ? ਕਹਿੰਦੇ ਉਹ ਹੀ ਤਰੇ ਜਿਨ੍ਹਾਂ ਨੂੰ ਸੰਤਾਂ ਦੀ ਸ਼ਰਨ ਪ੍ਰਾਪਤ ਹੋਈ। ਦੋ ਲਫ਼ਜ਼ ਵਰਤੇ ਭਗਵਾਨ ਵਾਲਮੀਕੀ ਜੀ ਨੇ। ਇੱਕ ਲਫ਼ਜ਼ ਵਰਤਿਆ ਉਹ ਕੋਈ ਹੋ ਸਕਦਾ, ਸਿੱਖ ਹੋ ਸਕਦਾ, ਹਿੰਦੂ ਹੋ ਸਕਦਾ, ਮੁਸਲਮਾਨ ਹੋ ਸਕਦਾ, ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ। ਕਹਿੰਦੇ ਜਿਨ੍ਹਾਂ ਨੂੰ, ਇਸ ਤੋਂ ਇਸ਼ਾਰਾ ਮਿਲਦਾ ਕੋਈ ਖਾਸ ਲੋਕ ਜਿਨ੍ਹਾਂ ਦੀ ਗੱਲ ਕਰ ਰਹੇ ਭਗਵਾਨ ਵਾਲਮੀਕੀ ਜੀ। ਕਹਿੰਦੇ ਜਿਨ੍ਹਾਂ ਨੂੰ ਸੰਤਾਂ ਦੀ ਸ਼ਰਨ ਜਿਹੜੀ ਉਹ ਪ੍ਰਾਪਤ ਹੋ। ਹੁਣ ਸ਼ਰਨ ਲਫ਼ਜ਼ ਜਿਹੜਾ, ਇਸ ਨੂੰ ਆਪਾਂ ਪਨਾਹ ਕਹਿ ਲਈਏ, ਕਹਿੰਦੇ ਆਸਰਾ ਕਹਿ ਲਈਏ। ਮਹਾਤਮਾ ਨੇ ਕਿਤੇ ਕਿਤੇ ਉਸ ਚੀਜ਼ ਦਾ ਜ਼ਿਕਰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਬਈ ਜੇਕਰ ਇਹ ਇਨਸਾਨ ਸੰਤਾਂ ਦੀ ਸ਼ਰਨ ਵਿੱਚ ਨਹੀਂ ਜਾਵੇਗਾ, ਜੇਕਰ ਇਹ ਇਨਸਾਨ ਸੰਤਾਂ ਦਾ ਸੰਗ ਨਹੀਂ ਕਰੇਗਾ, ਇਸ ਦੀ ਵਿਚਾਰਧਾਰਾ ਜਿਹੜੀ ਉਹ ਬਦਲ ਨਹੀਂ ਸਕੇਗੀ। ਕਿਉਂਕਿ ਇੱਕ ਕਾਨੂੰਨ ਆ ਨਾ, ਤੇ ਇਹ ਕਾਨੂੰਨ ਉਹਨਾਂ ਨੇ ਆਪ ਨਹੀਂ ਬਣਾਇਆ, ਇਹ ਕਾਨੂੰਨ ਉਸ ਕੁੱਲ ਮਾਲਕ ਅਕਾਲ ਪੁਰਖ ਨੇ ਆਪ ਬਣਾਇਆ। ਤੇ ਜੇਕਰ ਮੇਰੇ ਵਰਗਾ ਇਨਸਾਨ ਆ ਬਾਹਰਲੀ ਦੁਨੀਆ ਦੇ ਵਿੱਚ ਵੀ ਇਹ ਗੱਲ ਕਰੇ ਕਿ ਬਈ ਜਿਹੜੀ ਆ ਲੋ ਐਂਡ ਆਰਡਰ ਬਣਾਏ ਆ ਨਾ, ਤੇ ਫਿਰ ਆਪਾਂ ਜਾਣਦੇ ਹਾਂ ਕਿ ਬਈ ਜਿਹੜੀ ਕੋਰਟ ਆ ਨਾ, ਉਸ ਦੇ ਅੰਦਰ ਇਸ ਇਨਸਾਨ ਨੂੰ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਕਾਨੂੰਨ ਜਿਹੜਾ ਉਹ ਗਵਰਨਮੈਂਟ ਬਣਾਵੇਗੀ, ਲੇਕਿਨ ਜੁਡੀਸ਼ਰੀ ਜਿਹੜੀ ਜੇਕਰ ਆਪਾਂ ਨਹੀਂ ਮੰਨਦੇ, ਨਿਆਂਪਾਲਿਕਾ ਜਿਸ ਨੂੰ ਆਪਾਂ ਕਹਿੰਦੇ, ਫਿਰ ਉਹ ਉਸ ਦਾ ਫੈਸਲਾ ਕਰੇਗੀ। ਇਸੇ ਤਰੀਕੇ ਦੇ ਨਾਲ ਉਸ ਮਾਲਕ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ ਭਈ ਸੰਤਾਂ ਦੀ ਸ਼ਰਨ ਨੂੰ ਪ੍ਰਾਪਤ ਕਰਨ ਤੋਂ ਬਗੈਰ ਆਪਾਂ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਦੇ। ਹੁਣ ਆਪਾਂ ਉਸ ਸਮੇਂ ਦੀ ਗੱਲ ਕਰ ਸਕਦੇ ਕਿ ਸੀਤਾ ਮਾਤਾ ਦੀ ਆਪਾਂ ਸਾਰੇ ਜਿਹੜੀ ਉਹ ਗੱਲ ਜਾਣਦੇ ਕਿ ਭਗਵਾਨ ਵਾਲਮੀਕ ਜੀ ਨੇ ਉਹਨਾਂ ਨੂੰ ਆਪਣੀ ਸ਼ਰਨ, ਜਿਸ ਤਰ੍ਹਾਂ ਆਪਾਂ ਸ਼ਬਦ ਦੇ ਅੰਦਰ ਗੱਲ ਕੀਤੀ, ਉਸ ਦੇ ਬਣਨ ਦੀ ਗੱਲ ਕੀਤੀ ਕਿ ਉਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ, ਲਵ ਕੁਸ਼ ਦੀ ਪਰਵਰਿਸ਼ ਕੀਤੀ। ਬੇਦੀ ਅਤੇ ਸੋਢੀ ਕੁਲ ਦੇ ਜਿਨ੍ਹਾਂ ਨੂੰ ਬਾਨੀ ਆਖਿਆ ਜਾਂਦਾ, ਤੇ ਫਿਰ ਬਈ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਤੇ ਇਹ ਜਿਹੜੇ ਬੇਦੀ ਅਤੇ ਸੋਢੀ ਕੁਲ ਜਿਹੜੀ ਗੁਰੂ ਸਾਹਿਬਾਨ ਦੀ ਅੰਸ਼ ਕਹਿ ਲਈਏ, ਇਹ ਉੱਥੋਂ ਚੱਲਦੇ। ਮੈਂ ਬੇਨਤੀ ਕਰ ਰਿਹਾ, ਸ਼ਰਨ ਦੇ ਸੰਬੰਧ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਸੀਤਾ ਮਾਤਾ ਨੂੰ ਆਪਣੀ ਸ਼ਰਨ ਦਿੱਤੀ, ਆਪਣੀ ਪਨਾਹ ਦਿੱਤੀ, ਲਵ ਕੁਸ਼ ਦੀ ਪਰਵਰਿਸ਼ ਕੀਤੀ, ਤੇ ਉਹਨਾਂ ਨੂੰ ਇਸ ਦੁਨੀਆ ਦੇ ਅੰਦਰ ਆਪਾਂ ਕਹਿ ਲਈਏ ਕਿ ਦੇਖੋ ਜੀ ਦੁਨਿਆਵੀ ਤੌਰ ਤੇ ਅਤੇ ਰੂਹਾਨੀ ਤੌਰ ਤੇ ਜਿਹੜੀ ਉਹ ਵੀ ਸਿੱਖਿਆ ਦਿੱਤੀ। ਨਿਰਸੰਦੇਹ ਮੈਂ ਬੇਨਤੀ ਕਰਾਂ, ਇਨਕਾਰ ਨਹੀਂ ਕਰ ਸਕਦੇ। ਤੇ ਫਿਰ ਬਈ ਅੱਜ ਤੱਕ ਕਿਸੇ ਇਤਿਹਾਸਕਾਰ ਨੇ ਇਹ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਨਹੀਂ ਆਂਦਾ ਕਿ ਲਵ ਕੁਸ਼ ਦੇ ਜਿਹੜੇ ਗੁਰੂ ਸਨ ਨਾ, ਉਹ ਭਗਵਾਨ ਵਾਲਮੀਕ ਜੀ ਸਨ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਸ਼ਬਦ ਦੇ ਵਿੱਚ ਇਸ ਸ਼ਰਨ ਦੇ ਪ੍ਰਤੀ ਜਿਹੜਾ ਜੀ ਉਹ ਜ਼ਿਕਰ ਕੀਤਾ। ਕਹਿੰਦੇ ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸਰਨਾਈ, ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ। ਜੋ ਗਿਰਦ ਹਮਾਰੇ ਰਾਮਕਾਰ ਦੀ ਗੱਲ ਕੀਤੀ, ਸ਼ਬਦ ਉੱਥੋਂ ਲੈ ਕੇ ਆਂਦਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿ ਸੀਤਾ ਮਾਤਾ ਨੂੰ ਜਿਸ ਸਮੇਂ ਪਨਾਹ ਦਿੱਤੀ, ਬਨਵਾਸ ਦੇ ਅੰਦਰ ਦੀ ਆਪਾਂ ਗੱਲ ਕਰ ਲਈਏ ਕਿ ਉਹ ਜਿਸ ਤਰ੍ਹਾਂ ਸੁਨਹਿਰੀ ਹਿਰਨ ਦੀ ਗੱਲ ਕਰਦੇ ਆ ਨਾ, ਕੁਟੀਆ ਦੇ ਸਾਹਮਣੇ ਆਇਆ, ਰਾਮ ਉਸ ਦਾ ਸ਼ਿਕਾਰ ਕਰਨ ਵਾਸਤੇ ਗਿਆ, ਲਕਸ਼ਮਣ ਉਸ ਤੇ ਮਗਰ ਗਿਆ, ਤੇ ਇੱਕ ਰਾਮਕਾਰ ਜਿਸ ਨੂੰ ਕਹਿੰਦੇ ਆ ਨਾ, ਉਹਨਾਂ ਨੇ ਉਸ ਕੁਟੀਆ ਦੇ ਦੁਆਲੇ ਜਿਹੜੀ ਉਹ ਕਰ ਦਿੱਤੀ। ਆਪਾਂ ਸਾਰੇ ਜਾਣਦੇ ਕਿ ਬਈ ਜੇਕਰ ਸੀਤਾ ਉਸ ਰਾਮਕਾਰ ਦੇ ਵਿੱਚੋਂ ਬਾਹਰ ਨਾ ਜਾਂਦੀ, ਇੱਕ ਬਾਹਰਲੀ ਧਾਰਨਾ ਨਾ ਜਾਂਦੀ, ਤੇ ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ, ਆਪਾਂ ਰਾਵਣ ਦੀ ਕੋਈ ਤਾਕਤ ਜਿਹੜੀ ਉਸ ਨੂੰ ਚੱਕ ਕੇ ਨਹੀਂ ਸੀ ਲਿਜਾ ਸਕਦੀ। ਇਹ ਆ ਇੱਕ ਬਾਹਰਲੀ ਧਾਰਨਾ। ਗੁਰੂ ਨੇ ਸਾਡੇ ਵਾਸਤੇ ਰਾਮਕਾਰ ਜਿਹੜੀ ਉਹ ਕਰ ਦਿੱਤੀ। ਜਿਸ ਤਰ੍ਹਾਂ ਆਪਾਂ ਅੱਜ ਦੇ ਸ਼ਬਦ ਦੇ ਵਿੱਚ ਵਿਚਾਰ ਕਰ ਰਹੇ, ਉਸ ਦੇ ਬਣਦੇ ਲਈ ਗੁਰੂ ਨੇ ਇੱਕ ਰਾਮਕਾਰ ਜਿਹੜੀ ਉਹ ਕਰ ਦਿੱਤੀ। ਤੇ ਜੇਕਰ ਬਈ ਫਿਰ ਆਪਾਂ ਗੁਰੂ ਦੇ ਉਸ ਰਾਮਕਾਰ ਨੂੰ ਮੰਨਿਆ ਹੀ ਨਹੀਂ, ਗੁਰੂ ਨੇ ਰਾਮਕਾਰ ਕਹਿ ਲਈਏ ਜਾਂ ਉਹ ਇੱਕ ਲਕੀਰ ਕਹਿ ਦਈਏ, ਇਹ ਕਰ ਦਿੱਤੀ, ਤੇ ਅਸੀਂ ਤੇ ਅੱਜ ਤੱਕ ਇਹੋ ਹੀ ਸੋਚ ਰਹੇ ਕਿ ਬਈ ਜਿਹੜਾ ਗੁਰੂ ਦਾ ਘਰ ਆ ਨਾ,
ਉਸ ਦੇ ਅੰਦਰ ਤੇ ਫਿਰ ਉਹ ਲਕੀਰ ਹੈ, ਉਸ ਦੇ ਅੰਦਰ ਤੇ ਫਿਰ ਵੀ ਉਹ ਜਿਹੜੇ ਅਸੂਲ ਆ ਉਹ ਕੰਮ ਕਰ ਰਿਹਾ ਹੈ, ਲੇਕਿਨ ਬਾਹਰ ਜਿਹੜਾ ਉਹ ਕਿਸੇ ਹੋਰ ਦਾ ਕਾਨੂੰਨ ਆ। ਫਿਰ ਇਸ ਦਾ ਮਤਲਬ ਆਪਾਂ ਜਿਹੜੀ ਉਸ ਦੀ ਕੱਢੀ ਹੋਈ ਲਕੀਰ ਜਿਹੜੀ ਹੈ ਨਾ, ਉਸ ਨੂੰ ਜਿਹੜਾ ਉਹ ਪ੍ਰਵਾਨ ਨਹੀਂ ਕੀਤਾ। ਗੁਰੂ ਦੇ ਕੱਢਣ ਦੀ ਲਕੀਰ, ਗੁਰੂ ਦੀ ਬਾਣੀ ਆਪਾਂ ਨੂੰ ਕੀ ਇਸ਼ਾਰਾ ਕਰ ਰਹੀ? ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕੜੀ ਲਿਖੀ ਜੀ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੇ ਅੰਦਰ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਬਈ ਗੁਰੂ ਦੇ ਅਸੂਲ ਜਿਹੜੇ, ਗੁਰੂ ਦੀ ਰਾਮਕਾਰ ਜਿਹੜੀ, ਉਹ ਸਾਡੇ ਗੁਰੂ ਘਰਾਂ ਦੇ ਅੰਦਰ ਤੱਕ ਸੀਮਿਤ ਨਹੀਂ, ਉਹ ਬਾਹਰ ਵੀ ਹੈ। ਕੀ ਫਰਮਾਇਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਅੰਦਰ? ਇੱਕ ਸ਼ਲੋਕ ਲਿਖਿਆ ਜੀ, ਫਰੀਦਾ ਖਾਲਕ ਖਲਕ में, ਕਹਿੰਦੇ ਖਾਲਕ ਖਲਕ में ਭਾਵ ਉਹ ਮਾਲਕ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਹੈਗਾ। ਹੁਣ ਜੇ ਆਪਾਂ ਇੰਨੀ ਕੁ ਗੱਲ ਜਿਹੜੀ ਉਹ ਗੁਰੂ ਦੀ ਸਮਝ ਲਈਏ ਤੇ ਸ਼ਾਇਦ ਬਈ ਇਸ ਇਨਸਾਨ ਦੀ ਜਿਹੜੀ ਕਾਇਆ ਕਹਿ ਲਈਏ ਉਸ ਦੇ ਵਿੱਚ ਜਿਹੜੀ ਉਹ ਤਬਦੀਲੀ ਆ ਸਕਦੀ। ਫਰੀਦਾ ਖਾਲਕ ਖਲਕ में खलक वसे रब माहे, मंदा किस नो आखिए जां तिस बिन कोई ना। कहंदे दसो असी मंदा किस नु आखिए। जिस तरह मैं पिछले सत्संग दे अंदर भी बेनती की कि बई ज्ञानी श्री अकाल तख्त साहिब दे जथेदार ज्ञानी हरप्रीत सिंह जी ने एक हुक्मनामा जारी किया कि बई ना ते कोई ऊंच ते ना कोई जिहड़ा वो नीवा। जिहो जी उन्हां दी अवस्था, जे ते आपां सिख इतिहास दे अंदर गल कर लईए, सिख दुनिया दे अंदर गल कर लईए, आपां उस नूं मन्निया ते फिर करोड़ वार नमस्कारिया, ते जेकर फिर बई आपां उन्हां दी गल जिहड़ी उस नूं नहीं मन्निया ना, ते फिर आपां उस गुरु दे जिहड़े वो नहीं बन सकते। सतगुरु कबीर साहब महाराज जी ने भी अपनी बाणी दे अंदर एक जगह ते जिक्र किया जी इसे चीज दे बारे कि भी जदों आपां उस गुरु नूं मनना सिख लवांगे, उस बाणी नूं मनना सिख लवांगे, चाहे वो किसी भी धर्म दे अंदर क्यों नहीं। आप प्रभाती राग दे अंदर 1349 पेज दे ऊपर सतगुरु कबीर साहब महाराज जी ने अपनी बाणी दे अंदर एक जगह ते जिक्र किया जी, कहंदे अव्वल अल्लाह नूर अपाया कुदरत के सब बंदे। हुण बाणी कहंदी कुदरत के सब बंदे, कहंदे सारे ही बंदे जिहड़े ओ भरावो कोई नीच ते कोई ऊंच जिहड़ा ओ नहीं हैगा, कोई छोटा ਜਾਂ ਵੱਡਾ ਜਿਹੜਾ ਉਹ ਨਹੀਂ ਹੈਗਾ। ਇਹ ਉਹ ਬਾਣੀ ਜਿਸ ਨੂੰ ਆਪਾਂ ਮੱਥਾ ਟੇਕਦੇ। ਕੀ ਫਰਮਾਇਆ? ਕਹਿੰਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ ਆ, ਕੌਣ ਭਲੇ ਕੋ ਮੰਦੇ। ਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਆਪਾਂ ਨੂੰ ਇਸ਼ਾਰਾ ਦੇ ਰਿਹਾ, ਬਾਣੀ ਇਸ਼ਾਰਾ ਦੇ ਰਹੀ ਉਹਨਾਂ ਦੀ कि एक नूर ते सब जग उपजे आ। कहंदे सारी दुनिया ही जिहड़ी वो उस मालिक ने बनाई। इस तो की इशारा मिलता कि बई अजे फिर मेरे वर्गे इंसान ने जिहड़ा ना वो बाणी नूं सुनिया नहीं, जेकर सुनिया ते फिर उसने उसनूं प्रैक्टिकल रूप जिहड़ा वो नहीं दिता। प्रैक्टिकल रूप नहीं दिता ते फिर जिस तरह भाई साहब ने शब्द दे अंदर आपां नूं जिक्र किया कि आपां फिर उस सतगुर दे जिहड़ा वो नहीं बन सकते। अगली अद्धी कड़ी विच की फरमाया? कहंदे लोगा भरम ना भूलो भाई, वो दुनिया दे लोगों भरम और भुलेखे दे विच ना पवो। सतगुरु कबीर साहब महाराज जी बाणी दे अंदर फैसला दे रहे, कहंदे खालक खलक खलक में खालक पूर रहो सर्ब ठाई। आ कड़ी जिहड़ी अंड वाली है ना, ये विचार करने वाली। कहंदे पूर रहो सर्ब ठाई, सर्ब ठाई तो भाव सारी ही जगह। पूर रहा वो मालिक जिहड़ा निवास करदा,
ਉਹ ਮਾਲਕ ਜਿਹੜਾ ਰਹਿੰਦਾ। ਤੇ ਫਿਰ ਜੇਕਰ ਅਸੀਂ ਇਸ ਚੀਜ਼ ਦਾ ਦਾਅਵਾ ਕਰ ਰਹੇ ਹਾਂ ਨਾ ਕਿ ਉਹ ਮਾਲਕ ਗੁਰੂ ਘਰਾਂ ਦੀ ਚਾਰ ਦੀਵਾਰੀ ਦੇ ਅੰਦਰ ਆ, ਤੇ ਫਿਰ ਬਾਣੀ ਦੇ ਅਨੁਸਾਰ ਜਿਹੜਾ ਉਹ ਆਪਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ। ਇਸ ਕਰਕੇ ਸਤਿਗੁਰੂ ਉਸ ਨੂੰ ਦੱਸਦੇ, ਸਤਿਗੁਰੂ ਉਸ ਨੂੰ ਆਖਿਆ ਜਾਂਦਾ ਕਿ ਜਿਸ ਨੇ ਉਸ ਦੇ ਗੁਣ ਜਿਹੜੇ ਉਹਨਾਂ ਨੂੰ ਧਾਰਨ ਕੀਤਾ। ਜਿਸ ਤਰ੍ਹਾਂ ਇਸ਼ਾਰਾ ਕਰਕੇ ਭੈਣ ਜੀ ਪਹਿਲਾਂ ਥੋੜਾ ਜਿਹਾ ਕਿ ਬਈ ਆਪਾਂ ਬਿਲਡਿੰਗ ਦੀ ਉਸਾਰੀ ਕਰਨੀ, ਇੱਕ ਮਹਿਲ ਦੀ ਉਸਾਰੀ ਕਰਨੀ, ਤੇ ਉਹਦੀ ਨੀਂਹ ਜਿਹੜੀ ਹੈ ਨਾ ਉਹ ਕਦੇ ਜਿਹੜੀ ਰੇਤ ਦੇ ਉੱਪਰ ਨਹੀਂ ਰੱਖੀ ਜਾਂਦੀ। ਕੰਕਰੀਟ ਅਤੇ ਸੀਮੈਂਟ ਜਿਹੜਾ ਜੇਕਰ ਉਸ ਦੀ ਨੀਂਹ ਜਿਹੜੀ ਆ ਉਸ ਦੇ ਉੱਪਰ ਨਹੀਂ ਰੱਖੀ ਜਾਵੇਗੀ ਨਾ, ਤੇ ਉਹ ਬਿਲਡਿੰਗ ਜ਼ਿਆਦਾ ਸਮਾਂ ਖੜੀ ਨਹੀਂ ਰਹਿ ਸਕਦੀ। ਇਸ ਕਰਕੇ ਉਸ ਗੁਰੂ ਦੇ ਬਣਦੇ ਲਈ ਉਸ ਦੇ ਗੁਣਾਂ ਦੇ ਨਾਲ ਸਾਂਝ ਪਾਉਣੀ ਜਿਹੜੀ ਉਹ ਬੜੀ ਜ਼ਰੂਰੀ ਹੈ। ਨਹੀਂ ਪਾਵਾਂਗੇ ਜ਼ਿੰਦਗੀ ਉਸੇ ਤਰ੍ਹਾਂ ਜਿਹੜੀ ਉਹ ਵਿਅਰਥ ਚਲੀ ਜਾਵੇਗੀ, ਜਿੱਦਾਂ ਦੇ ਆਏ ਉਦਾਂ ਦੇ ਹੀ ਆਪਾਂ ਇਸ ਸੰਸਾਰ ਤੋਂ ਚਲੇ ਜਾਵਾਂਗੇ। ਹਾਂਜੀ ਗੁਰਮੁਖ ਪਿਆਰਿਓ, ਕਿਸੇ ਵੀ ਪੂਰਨ ਮਹਾਤਮਾ ਦੀ, ਕਿਸੇ ਵੀ ਸਤਿਗੁਰੂ ਦੀ ਬਾਣੀ ਉੱਪਰ ਆਪਾਂ ਵਿਚਾਰ ਕਰਕੇ ਦੇਖੀਏ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਟਕਸਾਲ ਵਿੱਚ ਢਾਲਿਆ। ਜਿਸ ਤਰ੍ਹਾਂ ਆਪਾਂ ਆਮ ਭਾਸ਼ਾ ਵਿੱਚ ਆਖ ਸਕਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਇੱਕ ਮੀਲ ਪੱਥਰ ਹੋਵੇਗੀ। ਉਹ ਇਸ ਦੁਨੀਆ ਦੇ ਅੰਦਰ ਇੱਕ ਪਥ ਪ੍ਰਦਰਸ਼ਕ ਦੇ ਤੌਰ ਤੇ ਕੰਮ ਕਰਦੇ ਹਾਂ। ਆਮ ਦੁਨੀਆਦਾਰਾਂ ਦੀ ਆਪਾਂ ਗੱਲ ਕਰ ਸਕਦੇ ਹਾਂ। ਸੰਤ ਆਪਣੇ ਆਪ ਨੂੰ ਦੇਖਦੇ ਹਨ। ਦੁਨੀਆਦਾਰ ਦੂਸਰਿਆਂ ਦੇ ਅਵਗੁਣਾਂ ਦੀ ਗਹਿਰਾਈ ਤੱਕ ਪੜਚੋਲ ਕਰਦੇ ਹਨ। ਬਸ ਇਤਨਾ ਹੀ ਫਰਕ ਹੈ। ਸੌਖੇ ਲਫ਼ਜ਼ਾਂ ਵਿੱਚ ਆਪਾਂ ਸਤਿਗੁਰੂ ਦੇ ਹੋਣ ਬਾਰੇ ਆਖ ਸਕਦੇ ਹਾਂ ਕਿ ਜਿਹੜੀ ਚੀਜ਼ ਗੁਰੂ ਨੂੰ ਪਸੰਦ ਨਹੀਂ ਉਸ ਦਾ ਤਿਆਗ ਕਰਨਾ ਪਵੇਗਾ। ਜਦੋਂ ਇਹ ਇਨਸਾਨ ਗੁਰੂ ਦੀ ਕੱਢੀ ਹੋਈ ਲਕੀਰ ਨੂੰ ਪਾਰ ਨਹੀਂ ਕਰੇਗਾ ਤਾਂ ਹੀ ਇਹ ਉਸ ਦੀ ਦਇਆ ਦਾ ਪਾਤਰ ਬਣ ਸਕਦਾ। ਦਇਆ ਮਿਹਰ ਦਾ ਪਾਤਰ ਬਣਨ ਦਾ ਭਾਵ ਇਹ ਇਨਸਾਨ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਦਾ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਦੇ ਅਖੀਰ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਇਨਸਾਨ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਨਹੀਂ ਕਰ ਸਕਦੇ। ਉਹਨਾਂ ਦੇ ਦੱਸਣ ਅਨੁਸਾਰ ਸਾਰੀਆਂ ਹੀ ਚਤੁਰਾਈਆਂ ਨੂੰ ਛੱਡ ਕੇ ਗੁਰੂ ਦੇ ਜੋ ਉਪਦੇਸ਼ ਹੈ ਉਸ ਨੂੰ ਮੰਨਣ ਵਿੱਚ ਲੈ ਕੇ ਆਉਣਾ ਚਾਹੀਦਾ। ਆਪ ਜ਼ਿੰਦਗੀ ਦੀ ਮੰਜ਼ਿਲ ਨੂੰ ਤੈਅ ਕਰਨ ਬਾਰੇ 84 ਲੱਖ ਜੂਨਾਂ ਵਿੱਚੋਂ ਛੁਟਕਾਰਾ ਪਾਉਣ ਵਾਸਤੇ ਬਾਣੀ ਦੀ ਕਸਵੱਟੀ ਅਨੁਸਾਰ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪਣੇ ਸ਼ਬਦ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਬਈ ਸਾਰੀਆਂ ਹੀ ਚਤੁਰਾਈਆਂ ਜਿਹੜੀਆਂ ਉਸ ਨੂੰ ਛੱਡਣ ਤੋਂ ਬਗੈਰ ਆਪਾਂ ਉਸ ਗੁਰੂ ਦੇ ਨਾਲ ਜਿਹੜਾ ਮਿਲਾਪ ਨਹੀਂ ਕਰ ਸਕਦੇ। ਵੱਖਰੇ ਵੱਖਰੇ ਆਪਾਂ ਉਦਾਹਰਨ ਕਹਿ ਲਈਏ ਉਸ ਚੀਜ਼ ਦੇ ਬਾਰੇ ਆਪਾਂ ਜ਼ਿਕਰ ਕਰ ਸਕਦੇ। ਇੱਕ ਬਾਹਰਲੀ ਉਦਾਹਰਨ ਲੈ ਕੇ ਆਪਾਂ ਦੇਖ ਸਕਦੇ ਹਾਂ ਕਿ ਸਾਡੀ ਹਾਲਤ ਜਿਹੜੀ ਉਹ ਕੀ। ਇੱਕ ਬਾਪ ਹੋਵੇ ਨਾ, ਉਸ ਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਮੈਂ ਕਰ ਰਿਹਾ। ਇੱਕ ਬਾਪ ਹੋਵੇ ਤੇ ਗਰਮੀ ਦਾ ਹੋਵੇ ਮੌਸਮ, ਤੇ ਫਿਰ ਬਈ ਜੇਕਰ ਉਹ ਕਹਿੰਦਾ ਆਨਾ ਕਿ ਬਈ ਉਸ ਦਾ ਮੰਜਾ ਜਿਹੜਾ ਬਿਰਧ ਬਾਪ ਕਹਿੰਦਾ ਕਿ ਬਈ ਧੁੱਪ ਦੇ ਵਿੱਚੋਂ ਚੱਕ ਕੇ ਤੇ ਛਾਵੇਂ ਕਰ ਦਿਓ ਤਾਂ ਕਿ ਉਸ ਨੂੰ ਜਿਹੜਾ ਸੁੱਖ ਅਤੇ ਆਰਾਮ ਜਿਹੜਾ ਉਹ ਮਿਲ ਸਕੇ। ਤੇ ਜੇਕਰ ਅਸੀਂ ਸਾਰੀ ਜ਼ਿੰਦਗੀ ਜਿਹੜੀ ਕਹਿ ਲਈਏ ਉਸ ਦੇ ਮੰਜੇ ਦੇ ਇਰਦ ਗਿਰਦ ਚੱਕਰ ਹੀ ਕੱਟੀ ਜਾਈਏ ਤੇ ਉਸ ਬਾਪ ਦੀ ਗੱਲ ਜਿਹੜੀ ਉਸ ਨੂੰ ਨਾ ਸੁਣੀਏ ਨਾ, ਤੇ ਫਿਰ ਆਪਾਂ ਬਾਹਰਲੀ ਦੁਨੀਆ ਦੇ ਅੰਦਰ ਵੇਖ ਲਈਏ ਨਿਗਾਹ ਮਾਰ ਕੇ ਕਿ ਉਸ ਬਾਪ ਨੂੰ ਆਪਾਂ ਖੁਸ਼ ਜਿਹੜਾ ਉਹ ਨਹੀਂ ਕਰ ਸਕਦੇ। ਬਾਪ ਦੀ ਖੁਸ਼ੀ ਕਿੱਥੇ ਹੋਵੇਗੀ? ਉਸ ਦੀ ਆਗਿਆਕਾਰੀ ਦੇ ਵਿੱਚ ਹੋਵੇਗੀ।
जिस तरह भैन जी रामकार का जिक्र कर गए, इशारा कर गए, गुरु की कढ़ी हुई लकीर जिहड़ी उस दे प्रति जिक्र कर गए। गुरु कहंदा भाई किसी की निंदा ना करो। ते साडे मेरे वर्गे इंसान की इहो जी गल आ कि भी जिन्ना चिर पड़चोल ना करिए, पंजाबी लफ्ज़ों में आपां कह लीए कि दूसरे दे कपड़े जिहड़े आपां ना उतार दईए ना, ते मन नूं जिहड़ी वो तसल्ली नहीं। गुरु घर ने बाणी दे अंदर एक जगह ते फरमाया भाई, कहंदे संतां को मत कोई निंदो, संत राम है एको, कहो कबीर मैं सो गुर पाया, जां का नाम बवेको। वो कहंदे भाई संतां दी निंदा ना करो, क्योंकि उस दे ते मालक दे विच कोई भी भिन्न भेद नहीं। गुरबाणी दे अंदर एक जगह ते होर इशारा मिलिया, कहंदे जोवन कूप सिंचन को बसता, उठ बैल गए चर पे। मेरे वर्गे इंसान की की हालत, बाहरली उदाहरण दे के गुरु साहिबान ने शायद चौथे पातशाह महाराज जी का मुख वाका जी कहंदे खूह जोड़िया, बलदां नूं खूह दे उत्ते जोड़ लिया, ते होया कि बलदां नूं छड्डिया ते फिर बई जिहड़ियां वेलां नूं पानी दिता सी ना, ते ओह बलद जिहड़ियां वेलां ही खा गए। कदे सोचिया नहीं, गुरु घरां दे अंदर गए ते भी जिन्ना चिर तक मन की तसल्ली नहीं हुई ना, ते फिर गल नहीं बनी। लेकिन गुरु कहंदा किसी की निंदा ना करो। असीं दुनिया के लोग जिहड़े स्टेजां ते जाके कह लईए, आ मीडिया का योगा कदे उस दे विच आपां पोस्टां पाईयां होईयां देखीए ना, ते सवाए निंदा तो होर कुछ भी जिहड़ा वो साडे पल्ले नहीं। मिलना उस गुरु नूं चाहुंदे, उसके गुणां नाल सांझ पाउण तो बगैर आपां उस गुरु नूं नहीं मिल सकते। ये फैसला मेरा जां आपां किसी होर भैन भाई की गल कर लईए, नहीं, फैसला जिहड़ा वो बाणी दा। हाँ जी गुरमुख प्यारिओ, गुण लैणे होण तां इह मनुख पशुआं पासों भी लै सकदा। जिस तरह गुरबाणी अंदर जिक्र आया, अंधा चानण रखीए दीवे भले 50। जेकर एक इंसान अंधा है तो 50 जगदे हुए दीवे भी बेअर्थ हैं। क्यों जो इंसान रोशनी नूं नहीं देख सकता, जेकर ये इंसान गुरु दा बनना सिख लवे तो इसके विचारधारा विच तब्दीली आ जाएगी। मैनू याद आ गया, गुरु नानक देव जी ने सज्जन नूं किते भी माड़ा नहीं आख्या, सिर्फ यही आख्या सज्जना सज्जन बन के ठगी ना कर। जदों तू सज्जन बन के ठगी करदा है तां फिर लोग धोखा खा जाते हैं। विचार करके देखिए तो एक इंजीनियर है, दूसरा वकील है, तीसरा डॉक्टर है। जिंदगी दे कोई 20-25 साल इस डिग्री नूं प्राप्त करन लई लगा दिता, लेकिन इस समय का 10वां भाग भी ये परमात्मा की बंदगी लई खर्च नहीं करता। इस करके कहना पवेगा कि इस नूं अजे परमात्मा दे गुणां दी कीमत दा पता ही नहीं। मैं बेनती करां, दुनिया दी मान वडियाई अते ताकत भाव हुकूमत दा मिल जाना कुछ भी नहीं, परमात्मा दा मिल जाना सब कुछ है। बूंद नूं समुंदर होण दा मौका मिलिया, एक बीज नूं दरख्त होण दा मौका मिलिया। सतगुरु कबीर साहिब जी का मुख वाक है, हर जन ऐसा चाहिए जैसा हर ही होए। गुरमुख प्यारिओ, समा अपनी रफ्तार नाल तुरिया जा रहा।
ਆਪਣੇ ਅੰਦਰ ਉਹ ਗੁਣ ਪੈਦਾ ਕਰ ਲਈਏ। ਤੇ ਭਾਈ ਸਾਹਿਬ ਜੀ ਦੇ ਦੱਸਣ ਅਨੁਸਾਰ ਮੈਂ ਸਤਿਗੁਰ ਦਾ, ਸਤਿਗੁਰੂ ਮੇਰਾ ਆਖ ਸਕੀਏ। ਮਾਲਕ ਇਹ ਗੁਣ ਸਾਰਿਆਂ ਦੇ ਅੰਦਰ ਹੀ ਪੈਦਾ ਕਰ ਸਕਣ। ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਕਾਫੀ ਲੰਬੇ ਸਮੇਂ ਤੋਂ ਦੁਨੀਆ ਦੇ ਕੋਨੇ-ਕੋਨੇ ਤੱਕ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਪਹੁੰਚਾਉਣ ਦੇ ਯਤਨਸ਼ੀਲ ਹਾਂ। ਸਾਰੇ ਵਾਲਮੀਕੀ ਭੈਣਾਂ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕਾਂਸ਼ੀ ਟੈਲੀਵਿਜ਼ਨ ਦਾ ਵੱਧ ਤੋਂ ਵੱਧ ਸਾਥ ਦਈਏ, ਵੱਧ ਤੋਂ ਵੱਧ ਸਪਾਂਸਰ ਕਰੀਏ, ਤਾਂ ਜੋ ਇਹ ਚੰਗੇ ਤੋਂ ਚੰਗੇ ਪ੍ਰੋਗਰਾਮ ਸੰਗਤ ਦੀ ਸੇਵਾ ਲਈ ਲਿਆ ਸਕਣ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰਦੇਵ। ਧੰਨ ਗੁਰੂ।